ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। मैं हाँ गुरनूर कौर ते जिवें कि तुसीं जाणदे ही हो मैं आपदे चैनल ते पहला 7th ते 10th क्लास रिलेटेड वीडियोज़ पाईआं ने ते अज असीं 10th क्लास दी साहित्यक माला बुक दा टॉपिक लैके आए हाँ जो कि है गुरमत काव्य चों तू मेरा पिता तू है मेरा माता जो कि श्री गुरु अर्जन देव जी की रचना है। जिवें कि तुसीं सानूं पहलां भी साडी वीडियोज़ ते काफ़ी लाइक्स दिते ने सानूं काफ़ी प्यार दिता है तो अज भी उम्मीद करदी हाँ कि तुसीं इस वीडियो ते आने वाली सारिया वीडियोज़ ते सानूं प्यार दिओ। तो जल्दी तो जाओ ते साडी वीडियो नूं लाइक करो वध तो वध शेयर करो ते चैनल नूं सबसक्राइब करना ना भुलना। तो चलो पढ़िए। तू मेरा पिता तू है मेरा माता ਦੇ ਰਚਨਾਕਾਰ ਹਨ ਗੁਰੂ ਅਰਜਨ ਦੇਵ ਜੀ। ਤਾਂ ਚਲੋ ਸਭ ਤੋਂ ਪਹਿਲਾਂ ਅਸੀਂ ਗੁਰੂ ਅਰਜਨ ਦੇਵ ਜੀ ਬਾਰੇ ਪੜ੍ਹ ਲੈਂਦੇ ਹਾਂ। ਉਹਨਾਂ ਦਾ ਜਨਮ 1563 ਈਸਵੀ ਵਿੱਚ ਹੋਇਆ ਸੀ ਤੇ ਉਹ ਜੋਤੀ ਜੋਤ 1606 ਈਸਵੀ ਵਿੱਚ ਸਮਾਏ ਸਨ। ਗੁਰੂ ਅਰਜਨ ਦੇਵ ਜੀ ਕੌਣ ਸਨ? ਉਹ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ? ਗੁਰੂ ਅਰਜਨ ਦੇਵ ਜੀ। ਆਪ ਦੇ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਸਨ। ਪਿਤਾ ਜੀ ਦਾ ਨਾਂ ਕੀ ਸੀ? ਗੁਰੂ ਰਾਮਦਾਸ ਜੀ ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਮਾਤਾ ਜੀ ਦਾ ਨਾਮ ਸੀ ਭਾਨੀ ਜੀ। ਆਪ ਦਾ ਸੁਭਾਅ ਨਿਮਰਤਾ ਮਿਠਾਸ ਭਰਿਆ ਅਤੇ ਸੇਵਾ ਭਾਵ ਨਾਲ ਭਰਪੂਰ ਸੀ। ਤਾਂ ਪ੍ਰਸ਼ਨ ਆ ਜੇ ਜੇ ਗੁਰੂ ਅਰਜਨ ਦੇਵ ਜੀ ਦਾ ਸੁਭਾਅ ਕਿਵੇਂ ਦਾ ਸੀ ਤਾਂ ਦੱਸਣਾ ਉਹਨਾਂ ਦਾ ਸੁਭਾਅ ਨਿਮਰਤਾ ਵਾਲਾ ਮਿਠਾਸ ਭਰਿਆ ਅਤੇ ਸੇਵਾ ਭਾਵ ਵਾਲਾ ਸੀ ਜਾਂ ਸੇਵਾ ਭਾਵ ਨਾਲ ਭਰਪੂਰ ਸੀ। ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝਦਿਆਂ ਆਪਣੇ ਆਪ ਨੂੰ ਗੁਰਗੱਦੀ ਦਿੱਤੀ। ਤਾਂ ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ ਤਾਂ ਗੁਰੂ ਅਰਜਨ ਦੇਵ ਜੀ ਜੋ ਸਨ ਉਹ ਸਭ ਤੋਂ ਛੋਟੇ ਪੁੱਤਰ ਸਨ। ਤਾਂ ਗੁਰੂ ਅਰਜਨ ਦੇਵ ਜੀ ਨੂੰ ਯੋਗ ਸਮਝਦੇ ਹੋਏ ਉਹਨਾਂ ਨੂੰ ਗੁਰਗੱਦੀ ਦਿੱਤੀ ਨਾ ਕਿ ਆਪਣੇ ਵੱਡੇ ਪੁੱਤਰਾਂ ਨੂੰ। ਤਾਂ ਹੁਣ ਬੁੱਕ ਵਿੱਚ ਉਹਨਾਂ ਤਿੰਨਾਂ ਸੰਤਾਨਾਂ ਦੇ ਨਾਮ ਤਾਂ ਨਹੀਂ ਦਿੱਤੇ ਹੋਏ ਗੁਰੂ ਰਾਮਦਾਸ ਜੀ ਦੇ, ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਗੁਰੂ ਰਾਮਦਾਸ ਜੀ ਦੀ 3 ਸੰਤਾਨਾਂ ਸਨ। ਪਹਿਲੇ ਦਾ ਨਾਂ ਸੀ ਪ੍ਰਿਥੀ ਚੰਦ, ਦੂਜੀ ਦਾ ਨਾਂ ਸੀ ਮਹਾਦੇਵ ਤੇ ਤੀਜੇ ਕੌਣ ਸਨ? ਗੁਰੂ ਅਰਜਨ ਦੇਵ ਜੀ। ਤੇ ਇਹ ਜ਼ਿਆਦਾ ਯੋਗ ਸਨ ਗੁਰੂ ਅਰਜਨ ਦੇਵ ਜੀ, ਇਸ ਲਈ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਿੱਤੀ ਗਈ। ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਸ਼੍ਰੀ ਹਰਮਿੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ। ਤਾਂ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਦੀ ਨੀਂਹ ਕਿਸ ਕੋਲ ਰਖਵਾਈ ਸੀ? ਇੱਕ ਮੁਸਲਮਾਨ ਫਕੀਰ ਸੀ ਜਿਸ ਦਾ ਨਾਮ ਸੀ ਸਾਈਂ ਮੀਆਂ ਮੀਰ। ਆਪ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ। ਉਹਨਾਂ ਸਾਰੇ ਗੁਰੂਆਂ ਦੀ ਬਾਣੀ ਸੰਗ੍ਰਹਿ ਕਰਨ ਤੋਂ ਇਲਾਵਾ ਹਿੰਦੁਸਤਾਨ ਭਰ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਭਗਤਾਂ ਦੇ ਵਿਚਾਰਾਂ ਨੂੰ ਵੀ ਇਕੱਠਿਆ ਕੀਤਾ। ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਮਤਲਬ ਉਹਦੇ ਵਿੱਚ ਗੁਰੂਆਂ ਦੀ ਬਾਣੀ ਦਾ ਸੰਗ੍ਰਹਿ ਕੀਤਾ ਅਤੇ ਉਸ ਤੋਂ ਇਲਾਵਾ ਹਿੰਦੁਸਤਾਨ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਭਗਤਾਂ ਦੇ ਵਿਚਾਰਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠਾ ਕਰਕੇ ਪੇਸ਼ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਤਾਂ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਕਿਸ ਗੁਰੂ ਦੀ ਦਰਜ ਹੈ? ਤਾਂ ਗੁਰੂ ਅਰਜਨ ਦੇਵ ਜੀ ਅਜਿਹੇ ਗੁਰੂ ਹਨ ਜਿਨ੍ਹਾਂ ਦੀ ਸਭ ਤੋਂ ਵੱਧ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਸੁਖਮਨੀ ਹੈ। ਤਾਂ ਇਹਨਾਂ ਦੀ ਰਚਨਾ ਹੈ ਸੁਖਮਨੀ ਸਾਹਿਬ ਅਤੇ ਸਭ ਤੋਂ ਜ਼ਿਆਦਾ ਜਿਹੜੀ ਪੜ੍ਹੀ ਜਾਂਦੀ ਹੈ ਸੁਖਮਨੀ ਸਾਹਿਬ ਪੜ੍ਹੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇ ਕੇ ਧਾਰਮਿਕ ਖੇਤਰ ਵਿੱਚ ਇੱਕ ਨਵੀਂ ਪੀਰਤ ਪਾਈ ਜਿਸ ਨੇ ਸਿੱਖੀ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ। ਤੇ ਬੱਚਿਓ ਆ ਵੀ ਯਾਦ ਰੱਖਣਾ ਹੈ ਕਿ ਗੁਰੂ ਅਰਜਨ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਸੀ? 1606 ਈਸਵੀ ਵਿੱਚ। ਤੇ ਉਹਨਾਂ ਦੇ ਕਿੰਨੇ ਭਰਾ ਹੋਰ ਸਨ? 2 ਭਰਾ ਸਨ, ਇੱਕ ਤਾਂ ਸੀ ਪ੍ਰਿਥੀ ਚੰਦ, ਇੱਕ ਸੀ ਮਹਾਦੇਵ। ਤਾਂ ਚਲੋ ਪੜ੍ਹੀਏ ਕਵਿਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇਹਨੂੰ ਆਪਾਂ ਪੈਰਾ ਵਾਈਜ਼ ਪੜ੍ਹਾਂਗੇ। ਪਹਿਲਾ ਪੈਰਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ बंधप तू मेरा भ्राता, तू मेरा राखा सबनी थाए, ताबो के हाँ काड़ा जियो। तो पहला पैरा इत्थे तक है बच्चों। सब तो पहला तू इस इत्थे किस नूं किया गया? तू इस इत्थे गुरु अर्जन देव जी द्वारा परमात्मा नूं किया गया। मेरा पिता, पिता मीनस प्यो, तू है मेरा माता, माता मीनस माँ। ठीक है। तो की कहना चाह रहे गुरु अर्जन देव जी कि हे परमात्मा हे प्रभु तू ही मेरा प्यो है तो तू ही मेरी माँ, तू ही मेरे प्यो की थां ते है तो तू ही मेरी माँ की थां ते है। तू मेरा बंधप, बंधप का अर्थ हुंदा है रिश्तेदार संबंधी। तू मेरा भराता, भराता का अर्थ हुंदा है भरा। तो गुरु अर्जन देव जी कहते हैं कि तू ही मेरा रिश्तेदार है तो तू ही मेरा भरा है।
तेरे तो वड्डा मेरा होर कोई भी रिश्तेदार नहीं है, तू ही मेरे भरावां वांग है। ठीक है। उस तो बाद तू मेरा राखा सबनी थाई, राखा होंदा जिहड़ा रखिया करदा होवे। ठीक है। सबनी मीनस हर जगह, थाई मतलब थावां ते, पौ मतलब डर, काड़ा मीनस चिंता। ठीक है। तो गुरु अर्जन देव जी कहते हैं कि तू ही मेरा की है, रखिया करने वाला है, जिसकी रखवाली गुरु अर्जन देव जी कहना चाहते हैं, जिसकी रखवाली परमात्मा खुद करता होवे, उसनूं किस तरह का डर, किस तरह की चिंता। गुरु अर्जन देव जी कह रहे हैं कि तू तो हे परमात्मा, तू तो हर जगह हर कन कन विच मौजूद है, कि तू मेरी रखवाली हर वेले हर थां कर रहा है, तो मैनू फिर किस किस्म का डर, किस किस्म का पौ, ठीक है, किस किस्म की चिंता सता सकती है। तो जिसकी रखवाली हर वेले हर थां वो परमात्मा कर रहा होवे, उसनूं किसी किस्म का डर या चिंता करने की कोई जरूरत नहीं, क्योंकि परमात्मा की मौजूदगी विच कोई डर मैनू हो नहीं सकता अते कोई चिंता मेरे उत्ते जोर नहीं पा सकती। गुरु अर्जन देव जी का कहना आई है कि जे परमात्मा मेरी रखवाली कर रहा है तो मैनू कोई डर छू नहीं सकता, तो कोई चिंता मेरे उत्ते जोर नहीं पा सकती, मैनू परेशान नहीं कर सकती कोई चिंता। उस तो बाद है अगला पैरा, तुमरी कृपा ते तुत पछाना, तू मेरी ओट तू है मेरा माना, तुझ बिन दूजा अवर ना कोई, सब तेरा खेल अखाड़ा जियो। तो इसी दूजा पैरा, इसका अर्थ देखांगे, तुमरी कृपा ते तुध पछाना। ते दा अर्थ है नाल, तो या नाल, ठीक है। तुद का अर्थ है तेनू, पछाणा मैं पछाणदा हाँ, मैं जानदा हाँ, या मैं सांझ पांदा। तो मैं वर्ड टू वर्ड मीनिंग दस रही है बच्चों, इनू नोट कर लो। ठीक है। हुण तुमरी कृपा ते तुद पछाणा, कि हे प्रभु मैं तेरी मेहर नाल ही तेरे नाल डूंगी सांझ पा सकदा हाँ, मैं तुहानू तुहाडी कृपा नाल ही पछाण सकदा हाँ, तुहानू जान सकदा। ठीक है। तो गुरु अर्जन देव जी की कह रहे हैं कि हे प्रभु कि मैं जे तुहाडी मेहर मेरे उत्ते होवेगी, जे तुसीं मेरे उत्ते आपदी मेहर करोगे तां ही मैं तुहानू जान पावांगा, तां ही मैं तुहानू पहचान पावांगा, तो ही मैं तुहाडे नाल डूंगी सांझ पा पावांगा। ठीक है। उस तो बाद है, तू मेरी ओट तू है मेरा माना। ओट हुंदा आसरा, माना मतलब इज्जत, मेरा मान। ठीक है। तो गुरु अर्जन देव जी कहते हैं कि हे परमात्मा तू ही मेरा आसरा है, तो तू ही मेरा मान, तू ही मेरा फख्र, तू ही मेरी इज्जत। ठीक है। उस तो बाद, तुझ बिन दूजा अवर न कोई, सब तेरा खेल अखाड़ा जियो। तुझ बिन, बिन मत, तुझ मीन्स तेरे, बिन मीन्स बिना, दूजा मीन्स कोई होर दूसरा, अवर होर, दूजा दूसरा, ना कोई, सब तेरा खेल अखाड़ा। अखाड़ा आप कहने ना जिथे पहलवान कुश्ती करते हैं, उस जगह को अखाड़ा कहा जाता है, तो इत्थे अखाड़ा का भाव है संसार। ठीक है। तो तुझ बिन दूजा अवर न कोई, सब तेरा खेल अखाड़ा जियो। तो कहने का की भाव है कि मेरे वास्ते तेरे तो बिना होर कोई नहीं है, इन संसार विचली सारी खेल उस परमात्मा की ही रची हुई है, परमात्मा की ही रचाई हुई है, तेथों बिना तेरे वर्गा होर कोई नहीं, ये जगत तमाशा तेरा ही बनाया हुआ है। ठीक है। तो गुरु अर्जन देव जी की कह रहे हैं इत्थे कि तेरे बिना मेरा इस दुनिया विच कोई भी नहीं है, तेरे बिना मेरा इस दुनिया विच कोई भी नहीं है, ना मेरा कोई माता है, ना मेरा कोई पिता है, तू ही इस मेरा सब कुछ है, तू ही मेरा भरा है, तू ही मेरा पिता है, तू ही मेरा रिश्तेदार है, सब कुछ मेरा कौन है, तू ही है, मेरा इस दुनिया में कोई भी नहीं है। क्योंकि मैं जानदा कि जेड़ा ये सारा खेल, जी सारी सृष्टि, ये मोह माया, ये माता, ये पिता, ये सब कुछ किस तरह रचा होया है, तेरा ही रचा है, ये संसार, मेरा तो सिर्फ इको एक तू ही है। ठीक है। हुण अगला पैरा देखते हाँ, जी जंत सब तुध उपाय, चित चित पाना तित तित लाई, सब किछ कीता तेरा होवे, नाही किछ असाड़ा जियो। तो इसी थर्ड पैरा हुण इहदा अर्थ देखते हाँ, जी जंत मीनस जिहड़े लिविंग बींग्स ने, जी जंत मीनस जिहड़े जीव ने, सब मीनस सारे, तुद मीनस तेरे तो ही, उपाय मीनस उपजे हुए ने, पैदा हुए ने। तो कहने का भाव है कि हे परमात्मा, गुरु अर्जन देव जी कहते हैं हे परमात्मा, वो सर्वशक्तिमान परमात्मा ही है जिसने संसार के सारे जीव जंतुओं को सिरजा है,
सारे जगत के सारे जीवां नूं उपजिया है, सारे जीवां नूं पैदा किया। ठीक है, नैक्सट लाइन है जित जित पाना तित तित लाए। जित का अर्थ है जिस काम विच या जिस पासे, पाना अर्थ तेनू चंगा लगता है, तित का अर्थ है तिवें या जिस काम, उस काम विच, तिवें या उस काम विच। तो कहने का भाव यह है, गुरु अर्जन देव जी कहते हैं कि जिस जिस काम विच परमात्मा की रजा होंगी, जिस जिस काम विच परमात्मा की मर्जी होंगी, परमात्मा नूं जो चंगा लगता है वो उस काम विच ही सारे जी जंत जीवां नूं लाई रखते हैं। कि जो परमात्मा की मर्जी है, जो परमात्मा की रजा होंगी, जो परमात्मा नूं चंगा लगता है, उसी काम विच परमात्मा सारे जीवां नूं लाई रखते हैं। हाँ, गुरु अर्जन देव जी की कहते हैं कि जिवें परमात्मा नूं चंगा लगता है उवें उस तरह ही वो सारे जीवां नूं कम्मां कारां विच ला के रखते हैं। उस तो अगली लाइन बच चुकी है सब किछ कीता तेरा होवे ना ही किछ असाड़ा जियो। किछ का अर्थ है सब कुछ कीता तेरा होवे ना ही किछ, किछ मतलब कुछ, असाड़ा मीन्स साडा। ताकि कहते हैं गुरु अर्जन देव जी कि जो कुछ भी इस संसार विच वापर रहा है, जो कुछ भी इस संसार विच हो रहा है, या जो कुछ भी असीं जीव इस संसार विच करते हैं, वो सारा कुछ उस परमात्मा की इच्छा के अधीन ही हो रहा है। ठीक है, उस परमात्मा की इच्छा के अधीन है। ठीक है, अर्थात इस विच जीवां दा पूरा भर भी दखल नहीं हुंदा कि इस विच जिहड़े असीं इंसान आ साडा तां बोरा भर भी, मतलब कुछ भी जिहड़ा है असीं दखल नहीं देंदे, परमात्मा ही जो चाहुंदा है वही साडे तो करवाउंदा है। ठीक है, मनुख की संसार विच वापर रही किसी भी घटना विच कोई भी भूमिका नहीं है कि जो भी इस संसार विच वापर है मनुख की उस विच कोई भी जिहड़ी भूमिका है नहीं है, क्योंकि सब कुछ करन वाला कौन है? परमात्मा है। तो इस तरह असीं कह सकते हैं कि सब कुछ करन करावनहार वाला कौन है? परमात्मा ही है। ठीक है, तो असीं कहने हैं ना कि जिवें रब की मर्जी तो बिना तो पत्ता भी नहीं हिलदा, तो फिर इंसान है ना, कि रब की मर्जी तो बिना पत्ता भी नहीं हिलदा, जो रब की मर्जी ना हो तो असीं तो फिर इंसान है। तो सब कुछ जिहड़ा करन करावनहार है वो परमात्मा ही है। इस धरती ते जिन्ना कुछ भी हो रहा है, मैं तुहानूं पढ़ा रही हाँ, तुसीं वीडियो वेख रहे हो, तुहाडा पढ़ाई च मन लग रहा है, ये सब कुछ करन करावनहार कौन है? परमात्मा ही। कौन करवाने वाला है? परमात्मा। जो परमात्मा नूं चंगा लगता है वही साडे जीवां तो करवांदा है, क्योंकि रब की मर्जी तो बिना तो पत्ता भी नहीं हिलदा, असीं तां की हां, असीं तां फिर इंसान हाँ, तो असीं फिर किवें परमात्मा की मर्जी तो बिना काम कर सकते हैं? ठीक है, तो असी थर्ड पैराग्राफ, फोर्थ पैरा की है, नाम ते आए महा सुख पाया, हर गुण गाए मेरा मन शीतलाया, गुरपुरे वजी वधाई नानक चिता बिखाड़ा जियो। तो इसी फोर्थ पैरा हुण इन्हां दे अर्थ समझ लैंदे हाँ। नाम ध्याए, ध्याए का अर्थ हुंदा है सिमर के, याद करके या जप के। महा मीन्स बहुत ही वड्डा सुख पाया। कि गुरु अर्जन देव जी कहते हैं कि परमात्मा विच तेरा नाम सिमरदा हाँ, तेरे नाम नूं सिमरदा हाँ, तेरे नाम नूं याद करदा या जपदा ना, तो मैनू जीवन का वास्तविक सुख हासिल होंदा है, मैनू परम आनंद की प्राप्ति होती है। तो गुरु अर्जन देव जी इत्थे दसदे पए ने कि जे असी परमात्मा के नाम नूं सिमरदे हाँ, परमात्मा के नाम नूं याद करदे हैं ना, तो सानू जिंदगी का जीवन का परम आनंद प्राप्त होंदा है, कि सानू जीवन का वास्तविक सुख हासिल हो जाता है। हर गुण गाए मेरा मन शीतलाया, इत्थे की अर्थ है? हर गुण मतलब तेरी वडियाई करन नाल, तेरे गुण गान नाल मन शीतलाया, शीतलाया मीन्स ठंडा हो जाता है। ठीक है, तो गुरु अर्जन देव जी कहते हैं कि हे परमात्मा, जे तेरे मैं गुण गाउंदा, तेरी सिफत करदा, सिफत सलाह करदा, तो मेरे मन नूं ठंडक महसूस होंदी, मेरा मन जिहड़ा है ठंडा ठार हो जाता। तो सानू भी इस तरह ही कह रहे हैं कि जे परमात्मा के गुण गावांगे, सिफत करांगे, तो मनुखी मन जिहड़ा है वो ठंडक महसूस करता है, तो उसका मन जिहड़ा है ठंडा ठार हो जाता है। गुरपुरे वजी वधाई नानक जिता बिखाड़ा जियो। की अर्थ होया? जिहड़ा पूरा गुरु हुंदा, जिहड़ा पूरा गुरु हुंदा है, उस दी किरपा नाल मेरे हिरदे विच कुछ
ਉਤਸ਼ਾਹ ਪੈਦਾ ਹੁੰਦਾ ਹੈ। ਅਜਿਹੀ ਸਥਿਤੀ 'ਚ ਉਹਨਾਂ ਦੇ ਵਿਕਾਰਾਂ ਰੂਪ ਔਖੇ ਕੋਲ ਨੂੰ ਜਿੱਤ ਲਿਆ ਹੈ। ਇੰਜ ਪਰਮਾਤਮਾ ਦਾ ਸਿਮਰਨ ਤੇ ਗੁਣ ਗਾਇਨ ਕਰਨ ਨਾਲ ਹੀ ਜੀਵ ਆਪਣਾ ਜੀਵਨ ਸਫਲ ਕਰ ਸਕਦਾ। ਠੀਕ ਹੈ, ਤਾਂ ਜਿਹੜੇ ਪੂਰੇ ਗੁਰੂ ਹੁੰਦੇ ਨੇ, ਪੂਰੇ ਗੁਰੂ ਉਹਨਾਂ ਦੀ ਕਿਰਪਾ ਨਾਲ ਵਜੀ ਵਧਾਈ ਮਤਲਬ ਮੇਰੇ ਅੰਦਰ ਉਤਸ਼ਾਹ ਆ ਰਿਹਾ ਹੈ, ਮੇਰੇ ਹਿਰਦੇ ਵਿੱਚ ਕੀ ਪੈਦਾ ਹੋ ਰਿਹਾ ਹੈ, ਉਤਸ਼ਾਹ ਪੈਦਾ ਹੋ ਰਿਹਾ ਹੈ। ਜਿੱਤਾ ਮੀਨਸ ਜਿੱਤ ਲੈਣਾ, ਤੇ ਮੈਂ ਜਿਹੜੇ ਹੈ ਵਿਖਾੜਾ ਕੀ ਹੁੰਦਾ ਦੱਸੋ? ਔਖਾ ਕੋਲ। ਜਿਵੇਂ ਇੱਥੇ ਅਖਾੜਾ ਮੈਂ ਦੱਸਿਆ ਸੀ ਤੁਹਾਨੂੰ ਕਿ ਇੱਥੇ ਸੰਸਾਰ ਹੈ, ਇੱਥੇ ਵਿਖਾੜਾ ਔਖਾ ਕੋਲ ਮਤਲਬ ਜ਼ਿੰਦਗੀ ਦੀ ਔਖੀ ਲੜਾਈਆਂ, ਜ਼ਿੰਦਗੀ ਦੇ ਔਖੇ ਪਲ, ਠੀਕ ਹੈ ਜੀਓ। ਤਾਂ ਜਿਹੜਾ ਪੂਰਾ ਗੁਰੂ ਹੈ ਉਸ ਦੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਉਤਸ਼ਾਹ ਪੈਦਾ ਹੋ ਰਿਹਾ ਹੈ, ਜਿਸ ਨਾਲ ਮੈਂ ਜ਼ਿੰਦਗੀ ਦੇ ਔਖੇ ਕੋਲਾਂ ਨੂੰ, ਔਖੇ ਕੋਲ ਸਾਡੀ ਜ਼ਿੰਦਗੀ ਦੇ ਕੀ ਨੇ, ਸਾਡੀ ਨਾ ਅੰਦਰ ਹਰ ਕਿਸੇ ਮਨੁੱਖ ਦੇ ਅੰਦਰ, ਹਰ ਕਿਸੇ ਮਨੁੱਖ ਦੇ ਅੰਦਰ 5 ਵਿਕਾਰ ਹੁੰਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤਾਂ ਉਹ ਕਹਿੰਦੇ ਨੇ ਕਿ ਜੇ ਮੈਂ ਆ ਸਾਰੇ 5 ਵਿਕਾਰਾਂ ਨੂੰ ਛੱਡ ਦੇਵਾਂ, ਆ ਵਿਖਾੜਿਆਂ ਨੂੰ ਛੱਡ ਦੇਵਾਂ, ਤਾਂ ਮੈਂ ਕੀ ਕਰ ਸਕਦਾ, ਮਤਲਬ ਜਿੱਤ ਪ੍ਰਾਪਤ ਕਰ ਲੈਣਾ ਮੈਂ ਇੱਕ ਤਰ੍ਹਾਂ ਦੀ। ਤਾਂ ਉਹ ਕਹਿੰਦੇ ਨੇ ਕਿ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਮੇਰੇ ਹਿਰਦੇ ਵਿੱਚ ਕੀ ਹੁੰਦਾ, ਉਤਸ਼ਾਹ ਪੈਦਾ ਹੁੰਦਾ ਹੈ, ਅਤੇ ਮੈਂ ਕੀ ਕਰ ਲੈਂਦਾ ਹਾਂ, ਜੀਵਨ ਦੇ ਔਖੇ ਵਿਕਾਰਾਂ ਨੂੰ, ਔਖੇ ਕੋਲਾਂ ਨੂੰ ਜਿੱਤ ਲੈਂਦਾ। ਅਤੇ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਸਿਮਰਨ ਅਤੇ ਗੁਣ ਗਾਇਨ ਕਰਨ ਨਾਲ ਹੀ ਜੀਵ ਆਪਣਾ ਜੀਵਨ ਸਫਲ ਕਰ ਸਕਦਾ ਹੈ। ਤਾਂ ਇਹ ਸੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦੀ ਵਰਡ ਟੂ ਵਰਡ ਐਕਸਪਲੇਨੇਸ਼ਨ। ਵੈਸੇ ਤਾਂ ਮੈਂ ਤੁਹਾਨੂੰ ਵਰਡ ਟੂ ਵਰਡ ਇੱਕ ਵਰਡ ਦੇ ਮੀਨਿੰਗ ਦੱਸਿਆ ਹੈ, ਹੁਣ ਪਰ ਆਪਾਂ ਇੱਕ ਵਾਰੀ ਇਹਦਾ ਕੇਂਦਰੀ ਭਾਵ ਜਾਂ ਜਿਹਨੂੰ ਕਹਿੰਦੇ ਆਪਾਂ ਸਾਰ ਉਹ ਪੜ੍ਹ ਲੈਂਦੇ ਹਾਂ। ਇਸ ਵਿੱਚ ਹੈ ਬੱਚੇ, हे ਪ੍ਰਭੂ तू ही मेरा पिता है, तू ही मेरी माँ है, तू ही मेरा रिश्तेदार है, तो तू ही मेरा भरा है। ठीक है, तो सब तो पहला गुरु अर्जन देव जी की कहते हैं कि हे परमात्मा तू ही मेरा पिता है, तू ही मेरी माँ है, तू ही मेरा बंधव की होंगे रिश्तेदार, तू ही मेरा रिश्तेदार है, तो तू ही मेरा भराता अर्थात भरा है। ਜਦੋਂ ਤੂੰ ਹੀ ਸਭ ਥਾਵਾਂ 'ਤੇ ਮੇਰੀ ਰੱਖਿਆ ਕਰਦਾ ਹੈ ਤਾਂ ਮੈਨੂੰ ਕੋਈ ਡਰ ਤੇ ਚਿੰਤਾ ਨਹੀਂ। ਕਿ ਆਪਾਂ ਪੜ੍ਹੀ ਸੀ ਨਾ ਲਾਈਨ, तू मेरा पिता तू है मेरा माता, तू मेरा बंधव तू है मेरा भ्राता, तू मेरा राखा सभनी ताई, कि तू मेरा राखा मीनस रखिया करदा है। हर कन विच मौजूद है ना परमात्मा, तो जिहड़ा कन विच मौजूद है परमात्मा मेरी, वो वाला परमात्मा मेरी की करदा पिया, रखिया करदा पिया। तो जे परमात्मा मेरे नाल है, परमात्मा मेरी रखिया करदा पिया, तो फिर मैनूं किसी चीज़ का कोई डर नहीं, कोई चिंता नहीं। हे प्रभु तेरी किरपा नाल ही मैं तेरे नाल डूंगी सांझ पा सकदा हाँ, कि जे तेरी किरपा होएगी ना ਤਾਂ ਹੀ ਮੈਂ ਡੂੰਗੀ ਸਾਂਝ ਪਾ ਸਕਦਾ, ਮੈਂ ਤੈਨੂੰ ਜਾਣ ਸਕਦਾ। ਜੇ ਤੇਰੀ ਮੇਰੇ 'ਤੇ ਕਿਰਪਾ ਹੋਗੀ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਕਿ ਜੇ ਤੇਰੀ ਕਿਰਪਾ ਮੇਰੇ ਉੱਪਰ ਹੋਗੀ ਤਾਂ ਹੀ ਮੈਂ ਤੈਨੂੰ ਚੰਗੀ ਤਰ੍ਹਾਂ ਜਾਣ ਸਕਾਂਗਾ, ਤਾਂ ਹੀ ਮੈਂ ਤੇਰੇ ਨਾਲ ਡੂੰਗੀ ਸਾਂਝ ਪਾ ਸਕਾਂਗਾ। ਤੂੰ ਹੀ ਮੇਰਾ ਆਸਰਾ ਹੈ ਤੇ ਤੂੰ ਹੀ ਮੇਰਾ ਫਕਰ ਦਾ ਥਾਂ ਹੈ। ਤਾਂ ਤੂੰ ਮੇਰੀ ਓਟ ਤੂੰ ਹੈ ਮੇਰਾ ਮਨ ਹੈ, ਕਿ ਤੂੰ ਹੀ ਮੇਰਾ ਆਸਰਾ ਹੈ। ਇਸ ਦੁਨੀਆ ਵਿੱਚ ਮੇਰਾ ਕੋਈ ਆਸਰਾ ਨਹੀਂ, ਜਿਹੜਾ ਮਾਂ ਪਿਓ ਭੈਣ ਭਰਾ, ਇਹ ਤਾਂ ਤੇਰੀ ਰਚੀ ਹੋਈ ਖੇਡ ਹੈ। ਕਿ ਮੈਂ ਜਦੋਂ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਜਦੋਂ ਅਸੀਂ ਦੁਨੀਆ ਵਿੱਚ ਆਉਂਦੇ ਹਾਂ ਤਾਂ ਉਦੋਂ ਅਸੀਂ ਪਰਮਾਤਮਾ ਨੂੰ ਇਹ ਪ੍ਰੋਮਿਸ ਕਰਕੇ ਆਉਂਦੇ ਹਾਂ ਕਿ ਅਸੀਂ ਤੁਹਾਡਾ ਦਿਨ 'ਚ ਇੰਨੇ ਟਾਈਮ ਸਿਮਰਨ ਕਰਾਂਗੇ, 2 ਘੰਟੇ ਸਿਮਰਨ ਕਰਾਂਗੇ। ਪਰਮਾਤਮਾ ਨਾਲ ਪ੍ਰੋਮਿਸ ਕਰਕੇ ਆਉਂਦੇ ਹਾਂ ਕਿ ਅਸੀਂ ਤੁਹਾਨੂੰ ਪਾਵਾਂਗੇ, ਅਸੀਂ ਮਿਹਨਤ ਕਰਾਂਗੇ ਅਤੇ ਪਰਮਾਤਮਾ ਵਿੱਚ ਆਪਦੀ ਜੋਤ ਨੂੰ ਸੰਭਾਲਾਂਗੇ, ਮਤਲਬ ਪਰਮਾਤਮਾ ਨਾਲ ਮਿਲ ਜਾਵਾਂਗੇ, ਆਪਾਂ ਪ੍ਰੋਮਿਸ ਕਰਕੇ ਆਉਂਦੇ ਹਾਂ। ਤਾਂ ਉਹ ਕਹਿੰਦੇ ਨੇ ਕਿ ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰੀ ਆਸਰਾ ਹੈ, ਤੂੰ ਹੀ ਮੇਰੀ ਹਰ ਥਾਂ ਮਦਦ ਕਰਨ ਵਾਲਾ ਹੈ। ਮਾਤਾ ਪਿਤਾ ਇਹ ਸਭ ਕੁਛ ਮੇਰੇ ਨਾਲ ਨਹੀਂ ਆਉਣ ਵਾਲਾ, ਅੱਜ ਹੈਗੇ ਹੈ ਪਤਾ ਨਹੀਂ ਕੱਲ੍ਹ ਹੋਣਗੇ ਕਿ ਨਹੀਂ ਹੋਣਗੇ, ਹੈ ਨਾ। ਮੇਰੇ ਨਾਲ ਹਮੇਸ਼ਾ ਰਹਿਣ ਵਾਲਾ ਤਾਂ ਸਿਰਫ ਪਰਮਾਤਮਾ ਹੀ ਹੈ ਨਾ। ਹਮੇਸ਼ਾ ਤਾਂ ਮੇਰੇ ਨਾਲ ਪਰਮਾਤਮਾ ਹੀ ਰਹੇਗਾ, ਹਮੇਸ਼ਾ ਮੇਰੇ ਭੈਣ ਭਰਾ ਮਾਤਾ ਪਿਤਾ ਨਹੀਂ ਰਹਿਣਗੇ ਨਾ। ਤਾਂ ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰੇ ਫਕਰ ਦੀ ਥਾਂ ਹੈ, ਮਤਲਬ ਤੂੰ ਹੀ ਮੇਰਾ ਕੀ ਹੈ, ਮਾਨ ਹੈ। ਤੇਰੇ ਤੋਂ ਬਿਨਾਂ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਕਿ ਤੇਰੇ ਵਰਗਾ ਤਾਂ ਹੋਰ ਕੋਈ ਹੈਗਾ ਹੀ ਨਹੀਂ। तुझ बिन दूजा अवर न कोई, कि तेरे वर्गा होर कोई है ही नहीं। ये जगत तमाशा ते ये जगत काड़ा सब तेरा ही बनाया, कि ये जिहड़ी तू खेल साडे लिए रचाया है, कि माता बनाई साडी पिता बनाया है, ये साडे लिए तू एक खेल रचाया है, मेरा तो सिर्फ एक तू ही आसरा है। ठीक है, वो कहना चाहते हैं तुझ बिन दूजा अवर न कोई सब तेरा खेल अखाड़ा जूझ। ठीक है, उस तो बाद जगत के सारे जी जंत तू ही पैदा किए ने, कि जी जंत सब तुझ उपाए, कि तेरे तो ही पैदा किए हुए ने सारे जी जंत। जिस काम विच तेरी रजा है उस तरह के काम विच तू सारिਆਂ ਨੂੰ लाया होया है, कि जिथे तेरा मन करता है, जिथे तेन लगता है कि चंगा है, तो उत्थे ही तू सानू लाना है, जित जित पाना तित तित लाए। जिस काम विच तेरी रजा उस तरह के काम विच ही तू सारिਆਂ ਨੂੰ लाया होया है। जगत विच सब कुछ तेरा किता ही हो रहा है,
ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ਕਿ ਸਭ ਕੁਝ ਕੀਤਾ ਤੇਰਾ ਹੋਵੇ ਨਾ ਹੀ ਕੁਝ ਅਸਾੜਾ, ਜੋ ਕਿ ਸਭ ਕੁਝ ਕਰਨ ਵਾਲਾ ਤਾਂ ਤੂੰ ਹੀ ਹੈ, ਅਸੀਂ ਤਾਂ ਕੁਝ ਕਰਦੇ ਨਹੀਂ ਕਿਉਂਕਿ ਤੇਰੀ ਮਰਜ਼ੀ ਤੋਂ ਬਿਨਾਂ ਤਾਂ ਇੱਕ ਪੱਤਾ ਵੀ ਨਹੀਂ ਹਿਲਦਾ। ਤਾਂ ਫਿਰ ਅਸੀਂ ਤਾਂ ਫਿਰ ਵੀ ਮਨੁੱਖ ਹਾਂ, ਅਸੀਂ ਤਾਂ ਫਿਰ ਵੀ ਇਨਸਾਨ ਹਾਂ, ਅਤੇ ਫਿਰ ਤੇਰੀ ਮਰਜ਼ੀ ਨਾਲ ਹੀ ਅਸੀਂ ਸਭ ਕੁਝ ਕਰਦੇ ਹਾਂ। ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਿਕ ਆਨੰਦ ਪ੍ਰਾਪਤ ਕੀਤਾ ਹੈ। ਲਾਈਨ ਆਉਂਦੀ ਨਾ, ਨਾਮ ਧਿਆਈ ਮਹਾ ਸੁਖ ਪਾਇਆ, ਕਿ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨੂੰ ਯਾਦ ਕਰਕੇ ਬਹੁਤ ਹੀ ਜ਼ਿਆਦਾ ਆਤਮਿਕ ਸੁੱਖ ਮਿਲਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਪਰਮ ਆਨੰਦ ਪ੍ਰਾਪਤ ਹੁੰਦਾ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਸੁੱਖ ਹਾਸਲ ਹੁੰਦਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਡਾ ਠਾਰ ਹੋ ਗਿਆ। ਹਰ ਗੁਣ ਗਾਏ ਮੇਰਾ ਮਨ ਸ਼ਿਤਲਾਇਆ, ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਮੇਰਾ ਜਿਹੜਾ ਮਨ ਹੈ ਉਹ ਠੰਡਾ ਠਾਰ ਹੋ ਗਿਆ ਹੈ। ਪੂਰਨ ਗੁਰੂ ਦੇ ਰਾਹੀ ਕਿ ਮੇਰੇ ਅੰਦਰ ਮਾਨੋ ਆਤਮਿਕ ਉਤਸ਼ਾਹ ਦੀ ਹਾਲਤ ਪ੍ਰਬਲ ਹੋ ਗਈ ਹੈ, ਅਤੇ ਮੈਂ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਜਿੱਤ ਰਿਹਾ ਹਾਂ। ਕਿ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਮੇਰੇ ਹਿਰਦੇ ਦੇ ਅੰਦਰ ਉਤਸ਼ਾਹ ਪੈਦਾ ਹੋ ਰਿਹਾ ਹੈ। ਮੇਰੇ ਹਿਰਦੇ ਦੇ ਅੰਦਰ ਕੀ ਪੈਦਾ ਹੋ ਰਿਹਾ ਹੈ? ਉਤਸ਼ਾਹ ਪੈਦਾ ਹੋ ਰਿਹਾ ਹੈ, ਜਿਸ ਨਾਲ ਮੈਂ ਆਪਣੇ ਜੀਵਨ ਦੇ ਔਖੇ ਘੋਲਾਂ ਨੂੰ, ਔਖੀ ਲੜਾਈਆਂ ਨੂੰ ਜਿੱਤ ਰਿਹਾ ਹਾਂ। ਆਪਣੇ ਜਿਹੜੇ ਜੀਵਨ ਦੇ ਵਿਕਾਰ ਨੇ ਉਹਨਾਂ ਤੋਂ ਹੀ ਜਿੱਤ ਹਾਸਲ ਕਰ ਰਿਹਾ। ਵਿਕਾਰ ਕਿਹੜੇ ਨੇ? ਆਪਣੇ ਮਨੁੱਖ ਦੇ ਅੰਦਰ 5 ਵਿਕਾਰ ਹੁੰਦੇ ਨੇ। ਕਿਹੜੇ ਹੁੰਦੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹ ਪਾਠ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਗਾ ਅਤੇ ਤੁਹਾਨੂੰ ਬੜਾ ਹੀ ਮਜ਼ਾ ਆਇਆ ਹੋਵੇਗਾ ਪਾਠ ਪੜ੍ਹਨ ਵਿੱਚ। ਥੈਂਕ ਯੂ ਵੈਰੀ ਮੱਚ। ਅਤੇ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ।